प्यारे दोस्तों, मेरे YouTube चैनल माई बेस्ट थॉट विच आप जी का स्वागत है। इस चैनल राही मैं आप जी ਨੂੰ PSPCL ਦੇ ਬਿਲਿੰਗ ਦੀ ਡਿਟੇਲ ਬਾਰੇ ਦੱਸਾਂਗਾ। ਆਪ ਜੀ ਨੂੰ ਗੁਜ਼ਾਰਿਸ਼ ਹੈ ਕਿ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ ਤੇ ਬੈਲ ਆਈਕਨ ਦਬਾਉਣਾ ਤਾਂ ਕਿ ਨਵੇਂ ਵੀਡੀਓ ਦੇ ਨੋਟੀਫਿਕੇਸ਼ਨ ਆਪ ਜੀ ਨੂੰ ਵਕਤ ਸਿਰ ਮਿਲ ਸਕਣ। ਆਪ ਜੀ ਨੂੰ ਮੈਂ ਅੱਜ ਬਿਜਲੀ ਦੇ ਬਿੱਲ ਦੇ ਬਾਰੇ ਦੱਸਣਾ ਚਾਹੁੰਦਾ ਹਾਂ। ਕਾਫੀ ਲੋਕ ਆਉਂਦੇ ਹਨ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੀਆਂ ਯੂਨਿਟਾਂ ਕਿੰਨੀਆਂ ਚੱਲੀਆਂ ਹਨ ਅਤੇ ਸਾਡਾ ਬਿੱਲ ਕਿੱਦਾਂ ਹੈ, ਕਿੰਨੀ ਯੂਨਿਟ ਹੈ, ਕਿੰਨਾ ਲੋਡ ਹੈ। ਤੋ ਦੋਸਤੋ, ਸਭ ਤੋਂ ਪਹਿਲਾਂ ਇਹ ਉੱਤੇ ਐਡਰੈਸ ਆ ਜਾਂਦਾ ਹੈ PSPCL। ਇਹ ਐਡਰੈਸ ਆ ਗਿਆ, ਉਹਦੀ ਪੂਰੀ ਡਿਟੇਲ ਆ ਗਈ। ਉਸ ਤੋਂ ਬਾਅਦ ਇਹ ਜਦੋਂ ਡੇਟ ਹੈਗੀ ਹੈ ਬਿੱਲ ਜਨਰੇਟ ਹੋਇਆ ਇੰਨੀ ਤਰੀਕ ਨੂੰ 10/6 ਨੂੰ ਔਰ 6:50 'ਤੇ, ਔਰ ਇਹ ਬਿੱਲ ਨੰਬਰ ਵੀ ਹੈ ਔਰ ਨਾਲ ਹੀ ਨਾਲ ਇਹ ਨੋਟਿਸ ਵੀ ਹੁੰਦਾ ਹੈ। ਅਗਰ ਤੁਸੀਂ 15 ਦਿਨਾਂ ਦੇ ਵਿੱਚ ਤੁਸੀਂ ਬਿੱਲ ਨਹੀਂ ਦਿੰਦੇ ਤਾਂ ਇਸ ਦੇ ਆਧਾਰ 'ਤੇ ਵੀ ਤੁਹਾਡਾ ਕਨੈਕਸ਼ਨ ਕੱਟ ਦਿੱਤਾ ਜਾਵੇਗਾ। ਔਰ ਇਹ ਤੁਹਾਡਾ ਦਫ਼ਤਰ ਦਾ ਕੋਡ ਹੋ ਗਿਆ, ਸਰਕਲ ਨੰਬਰ ਹੋ ਗਿਆ। ਉਸ ਤੋਂ ਬਾਅਦ ਇਹ ਸਬ ਡਿਵੀਜ਼ਨ ਕੋਡ ਹੋ ਗਿਆ। ਡਿਵੀਜ਼ਨ ਦਾ ਨਾਂ ਹੋ ਗਿਆ। ਇਹ ਜਿਸ ਦਫ਼ਤਰ ਤੋਂ ਬਿੱਲ ਆਇਆ ਹੈ ਇਹ ਉਹ ਦਫ਼ਤਰ ਹੋ ਗਿਆ। ਉਸ ਤੋਂ ਬਾਅਦ ਇਹ ਉਹ ਖਾਤਾ ਹੈ ਜਿਹੜਾ ਤੁਹਾਡਾ ਪਹਿਲਾਂ ਜਦੋਂ ਵੱਡਾ ਬਿੱਲ ਆਉਂਦਾ ਸੀਗਾ। ਇਹ ਅੱਜ ਕੱਲ੍ਹ ਜਿਹੜੇ ਇੱਕਦਮ ਬਿੱਲ ਸਪੋਟ 'ਤੇ ਹੀ ਤੁਹਾਨੂੰ ਦੇ ਦਿੱਤਾ ਜਾਂਦਾ। ਇਸ ਤੋਂ ਪਹਿਲਾਂ ਵੀ ਇੱਕ ਬਿੱਲ ਆਉਂਦਾ ਸੀ ਜਦੋਂ ਰੀਡਿੰਗ ਲੈ ਕੇ ਚਲ ਜਾਂਦੇ ਸੀਗੇ ਅਤੇ ਬਿੱਲ ਬਾਅਦ ਵਿੱਚ ਆਉਂਦਾ ਸੀਗਾ। ਇਹ ਉਹਦਾ ਖਾਤਾ ਨੰਬਰ ਹੈ। ਔਰ ਜਿਹੜਾ ਇਹ ਔਨਲਾਈਨ ਖਾਤਾ ਹੋ ਗਿਆ ਹੈ, ਅੱਜ ਕੱਲ੍ਹ ਇਹੀ ਚੱਲ ਰਿਹਾ ਹੈ। ਇਹ ਉਪਭੋਗਤਾ ਦਾ ਨਾਂ ਆ ਗਿਆ, ਉਸ ਦਾ ਐਡਰੈਸ ਆ ਗਿਆ। ਫਿਰ ਇਹ ਉਹ ਮੋਬਾਈਲ ਨੰਬਰ ਹੈ। ਫਿਰ ਕੰਜ਼ਿਊਮਰ ਦਾ ਅਗਰ ਕੋਈ ਕਮਰਸ਼ੀਅਲ ਕਨੈਕਸ਼ਨ ਹੈ ਤਾਂ ਉਹਦਾ GST ਨੰਬਰ ਵਗੈਰਾ, ਪੰਜਾਬ ਸਟੇਟ ਕੋਈ ਚਾਰਜਸ ਵਗੈਰਾ ਹਨ ਉਹਦਾ ਆਪਣਾ। ਫਿਰ ਇਹ ਫੀਡਰ ਕੋਡ ਹੈ। ਫੀਡਰ ਕੋਡ ਹੁੰਦਾ ਹੈ ਜਿਸ ਫੀਡਰ ਤੋਂ ਤੁਹਾਡੇ ਸਪਲਾਈ ਆਉਂਦੀ ਹੈ, ਉਹ ਫੀਡਰ ਕੀ ਹੈ ਇਹ ਵੀ ਇਹਨਾਂ ਨੇ ਹੁਣ PSPCL ਨੇ ਵਿੱਚ ਜੋੜ ਦਿੱਤਾ ਹੈ। ਇਹ ਜਿਹੜੀ ਤੁਸੀਂ ਨਗਦ ਅਦਾਇਗੀ ਕਰਨੀ ਹੈ ਇਹ ਉਸ ਦੀ ਡੇਟ ਹੈ ਅਤੇ ਚੈੱਕ ਰਾਹੀਂ ਤੁਸੀਂ ਜਿਹੜੀ ਅਦਾਇਗੀ ਕਰਨੀ ਹੈ ਉਸ ਦੀ ਡੇਟ 2-3 ਦਿਨ ਪਹਿਲਾਂ ਹੁੰਦੀ ਹੈ। ਅਗਰ ਤੁਹਾਨੂੰ ਕੋਈ ਕੰਪਲੇਂਟ ਹੈ ਬਿਜਲੀ ਸੰਬੰਧੀ ਤਾਂ 1912 ਨੰਬਰ 'ਤੇ ਤੁਸੀਂ ਕੰਪਲੇਂਟ ਜਿਹੜੀ ਹੈ ਉਹ ਕਰਕੇ ਆਪਣੀ ਪ੍ਰੋਬਲਮ ਦੱਸ ਸਕਦੇ ਹੋ। ਫਿਰ ਇਹ ਤੁਹਾਡੀ ਕੈਟਾਗਰੀ ਕਿਹੜੀ ਹੈ? ਕੈਟਾਗਰੀ NS, MS, NRS, LS, ਇਹ ਸਾਰੀ ਕੈਟਾਗਰੀ ਹੁੰਦੀ ਹੈ। ਇਹ DS ਕੈਟਾਗਰੀ ਹੈ, ਡੋਮੈਸਟਿਕ ਸਪਲਾਈ ਹੈ। ਔਰ ਸਬ ਕੈਟਾਗਰੀ ਹੈਗੀ BE। ਜਿਸ ਤਰ੍ਹਾਂ ਕਿ ਇਹ ਕਿਸੇ ਬਿਜਲੀ ਮੁਲਾਜ਼ਮ ਦਾ ਹੀ ਇਹ ਬਿੱਲ ਹੈ ਅਤੇ ਬੋਰਡ ਇੰਪਲਾਈ ਲਿਖਿਆ ਹੋਇਆ ਹੈ ਅਤੇ ਉਹਦੇ 'ਤੇ ਉਸ ਨੂੰ ਕੁਝ ਯੂਨਿਟਾਂ ਛੋਟ ਵੀ ਹੁੰਦੀਆਂ ਹਨ। ਮੀਟਰ ਨੰਬਰ ਇੱਥੇ ਆ ਗਿਆ ਹੈ। ਉਸ ਤੋਂ ਬਾਅਦ ਹੋਰ ਡਿਟੇਲ ਕਰਮਚਾਰੀ ਦੀ ਜਿਹੜੀ ਇਹ ਆ ਗਿਆ ਹੈ। ਮਲਟੀਪਲਾਈ ਕੋਡ ਜਿਹੜਾ ਇੱਕ ਹੈ। ਮੀਟਰ ਮੇਕ, ਮੀਟਰ ਦੀ ਕਿਹੜੀ ਕੰਪਨੀ ਦਾ ਮੀਟਰ ਬਣਿਆ ਹੈ ਉਹ ਅਦਰਸ ਆ ਗਿਆ ਹੈ। ਔਰ ਇਹਦੇ ਡਿਜਿਟ ਕਿੰਨੇ ਹਨ? ਡਿਜਿਟ ਕਈਆਂ ਦੇ 6 ਹੁੰਦੇ ਹਨ, ਕਈਆਂ ਦੇ 4 ਹੁੰਦੇ ਹਨ, ਕਈਆਂ ਦੇ 5 ਹੁੰਦੇ ਹਨ। ਜਿਹੜਾ ਪੁਆਇੰਟ ਤੋਂ ਇੱਧਰ ਹੁੰਦਾ ਹੈ ਉਹ ਨਹੀਂ ਗਿਣਨਾ ਹੈ। ਕਪੈਸਿਟੀ ਇਹਦੀ ਨਹੀਂ ਲਿਖੀ ਹੋਈ। ਸੈਕਸ਼ਨ ਲੋਡ ਜਿਹੜਾ SL ਸੈਕਸ਼ਨ ਲੋਡ 1 ਪੁਆਇੰਟ ਯਾਨੀ ਕਿ 2 ਕਿਲੋਵਾਟ ਹੈ। ਉਸ ਤੋਂ ਬਾਅਦ ਮੀਟਰ ਕਿਹੜਾ ਹੈ, ਇਲੈਕਟ੍ਰੋਨਿਕ ਹੈ ਜਾਂ ਡਿਜੀਟਲ ਹੈ। ਇਹਦਾ ਪਿਛਲਾ ਬਿੱਲ ਇੱਥੇ ਆ ਗਿਆ ਹੈ। ਜਿਸ ਤਰ੍ਹਾਂ 2/5 ਨੂੰ ਇਹਨਾਂ ਦਾ ਬਿੱਲ, ਕਿਉਂਕਿ ਉਦੋਂ ਲਾਕਡਾਊਨ ਸੀਗਾ ਇਸ ਕਰਕੇ ਐਵਰੇਜ ਦੇ ਬੇਸਿਸ 'ਤੇ ਹੀ ਮਹਿਕਮੇ ਨੇ ਬਿੱਲ ਭੇਜਿਆ ਸੀ, ਜਿਸ ਨੂੰ 680 ਰੁਪਏ ਇਸ ਦਾ ਲਾਸਟ ਪੇਮੈਂਟ ਸੀਗੀ 2/5 ਨੂੰ। ਹੁਣ
ਰੀਡਿੰਗ ਜਿਹੜੀ ਹੈ ਕਿਲੋਵਾਟ ਆਵਰਸ ਹੁੰਦੀ ਹੈ, ਕਿਲੋਵਾਟ ਆਵਰਸ। ਇਹਦੀ ਪਿਛਲੀ ਰੀਡਿੰਗ 22,904 ਸੀਗੀ ਅਤੇ ਨਵੀਂ ਇਹਦੀ 23,571 ਹੋ ਗਈ। ਇਸ ਹਿਸਾਬ ਨਾਲ ਇਹ ਜਿਹੜੀਆਂ ਯੂਨਿਟਾਂ ਬਣ ਗਈਆਂ ਹਨ, ਇਹ ਤੁਸੀਂ ਦੇਖ ਸਕਦੇ ਹੋ ਕਿ 667 ਯੂਨਿਟਾਂ ਹੋ ਗਈਆਂ ਹਨ ਅਤੇ ਬਿੱਲ ਦਾ ਸਟੇਟਸ ਜਿਹੜਾ ਹੈ ਨੋਰਮਲ ਹੈ। ਔਰ ਡੇਟ ਜਿਹੜੀ ਰੀਡਿੰਗ ਲੈਣ ਦੀ ਸੀ ਪ੍ਰੀਵੀਅਸ, ਉਹ ਰੀਡਿੰਗ ਇੰਨੀ ਸੀਗੀ ਅਤੇ ਨਵੀਂ ਰੀਡਿੰਗ ਇੰਨੀ ਹੈ। ਪਹਿਲੀ ਰੀਡਿੰਗ ਆਪਾਂ ਲਈ ਸੀ ਇੰਨੀ 10/2 ਨੂੰ ਲਈ, 18/2 ਨੂੰ ਲਈ ਸੀ, ਅਤੇ ਨਵੀਂ ਰੀਡਿੰਗ ਆਪਾਂ ਲਈ 10/6 ਨੂੰ। ਔਰ ਇਹ ਇਕੱਠਾ ਹੀ ਬਿੱਲ ਆ ਗਿਆ ਹੈ 113 ਦਿਨਾਂ ਦਾ, ਕਿਉਂਕਿ ਲੋਕਡਾਊਨ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਸਾਨੂੰ ਐਵਰੇਜ ਦੇ ਬੇਸਿਸ 'ਤੇ ਬਿੱਲ ਵੀ ਭੇਜਿਆ ਸੀਗਾ, ਪਰ ਰੀਡਿੰਗ ਨਹੀਂ ਲਈ ਸੀ। ਰੀਡਿੰਗ ਹੁਣ ਇੱਥੇ ਆ ਗਈ ਅਤੇ 667 ਯੂਨਿਟਾਂ 113 ਜਿਹੜੀਆਂ ਹਨ ਉਹ ਯੂਨਿਟਾਂ 113 ਦਿਨ ਹਨ। ਫਿਰ ਆਹ ਉਸ ਦੀ ਹੋਰ ਡਿਟੇਲ ਹੈ, ਕੋਈ ਇੰਟਰਸਟ ਵਗੈਰਾ ਨਹੀਂ ਹੈ। ਔਰ 113 ਦਿਨਾਂ ਦੀਆਂ ਯੂਨਿਟਾਂ, ਕਿਉਂਕਿ ਇਹ ਬੋਰਡ ਇੰਪਲਾਈ ਹੈ, ਇਸ ਦੀਆਂ 584 ਯੂਨਿਟਾਂ ਜਿਹੜੀਆਂ ਹਨ ਉਹ ਕੰਸੈਸ਼ਨ 'ਚ ਚਲੇ ਗਈਆਂ ਅਤੇ ਕੰਜਪਸ਼ਨ ਵਿੱਚ ਸਿਰਫ 83 ਯੂਨਿਟਾਂ ਦਾ ਹੀ ਬਿੱਲ ਇਸ ਨੂੰ ਮਿਲਿਆ ਹੈ। ਅਗਰ ਕੋਈ ਹੋਰ ਹੁੰਦਾ ਤਾਂ ਉਹਨਾਂ ਨੂੰ ਪੂਰੀਆਂ 667 ਯੂਨਿਟਾਂ ਦਾ ਬਿੱਲ ਹੀ ਮਿਲਣਾ ਸੀਗਾ, ਅਤੇ ਇਸ 83 ਯੂਨਿਟਾਂ ਦਾ ਬਿੱਲ ਆਇਆ ਹੈ, ਜਿਸ ਦੇ ਵਿੱਚ ਹੋਰ ਚਾਰਜਸ ਹਨ। ਜਿਸ ਤਰ੍ਹਾਂ ਤੁਹਾਡਾ ਲੋਡ ਅਗਰ 2 ਕਿਲੋਵਾਟ ਲੋਡ ਹੈ ਤਾਂ ਉਸਦਾ 80% 1.57 ਹੈ ਅਤੇ 35 ਰੁਪਏ ਪਰ ਕਿਲੋਵਾਟ ਦੇ ਚਾਰਜਸ ਹਨ। ਇਸ 'ਤੇ GST ਪਾ ਕੇ, ਇਸ 'ਤੇ ਵੀ GST ਪੈਂਦੀ ਹੈ, ਕਿਉਂਕਿ 113 ਦਿਨਾਂ ਦਾ ਬਣ ਜਾਂਦਾ ਹੈ। ਇਸ ਹਿਸਾਬ ਦੇ ਨਾਲ ਫਿਕਸ ਚਾਰਜਰ ਜਿਹੜੇ ਹਨ ਇਹਦੇ ਉਹ 203 ਰੁਪਏ ਬਣ ਗਏ। ਪਹਿਲੀਆਂ 100 ਯੂਨਿਟਾਂ ਤੱਕ ਰੇਟ ਜਿਹੜਾ ਹੈ ਲਗਭਗ 4 ਰੁਪਏ 99 ਪੈਸੇ ਹੈ, ਜਿਹੜਾ ਕਿ 83 ਯੂਨਿਟਾਂ ਦਾ ਬਿੱਲ 414 ਰੁਪਏ ਅਤੇ 17 ਪੈਸੇ ਬਣਦਾ ਹੈ। ਅਗਰ ਯੂਨਿਟਾਂ ਜ਼ਿਆਦਾ ਚਲੀ ਜਾਂਦੀਆਂ, ਜਿੱਦਾਂ 667 ਯੂਨਿਟਾਂ ਹੀ, ਤਾਂ ਸਾਡੀ ਡਿਟੇਲ ਆਉਂਦੀ, ਕਿਉਂਕਿ ਇਹ ਬੋਰਡ ਇੰਪਲਾਈ ਹੋਣ ਕਰਕੇ ਇਹਨੂੰ ਕੰਸੈਸ਼ਨ ਯੂਨਿਟਾਂ ਮਿਲੀਆਂ ਹਨ, ਇਸ ਕਰਕੇ ਇਹਦਾ ਸਿਰਫ 83 ਯੂਨਿਟਾਂ ਦਾ ਬਿੱਲ ਹੀ ਬਣੇਗਾ। ਜਿਹੜੀ ਕਿਸੇ ਵੀ ਕਰਮਚਾਰੀ ਨੂੰ ਛੋਟ ਮਿਲਦੀ ਹੈ ਉਸ ਨੂੰ 7 ਰੁਪਏ ਯੂਨਿਟਾਂ ਦੇ ਹਿਸਾਬ ਨਾਲ ਉਸ ਨੂੰ ਇਨਕਮ ਟੈਕਸ ਵੀ ਦੇਣਾ ਪੈਂਦਾ ਹੈ, ਤਾਂ ਇਹ ਇੱਕ ਅਲੱਗ ਵਿਸ਼ੇ ਬਣ ਜਾਂਦਾ ਹੈ, ਕਿਉਂਕਿ ਉਹ ਕੰਸੈਸ਼ਨ ਜਿਹੜੀਆਂ ਯੂਨਿਟਾਂ ਇਹਨੂੰ ਮਿਲੀਆਂ ਹਨ, ਕੰਸੈਸ਼ਨ 584 ਨੂੰ ਗੁਣਾ 7 ਨਾਲ ਕਰਕੇ ਫਿਰ ਗੁਣਾ 6 ਨਾਲ ਕਰਕੇ ਜੋ ਉਹਦੇ ਪੈਸੇ ਬਣ ਜਾਂਦੇ ਹਨ, ਉਹਦੇ ਹਿਸਾਬ ਦੇ ਨਾਲ ਕਰਮਚਾਰੀ ਦੇ ਖਾਤੇ ਵਿੱਚ ਇਨਕਮ ਟੈਕਸ ਜਿਹੜਾ ਹੈ ਉਹ ਕਟਾਉਣਾ ਪੈਂਦਾ ਹੈ ਉਸਨੂੰ। ਇਹ 414 ਰੁਪਏ ਇਸ ਦਾ ਬਣ ਗਿਆ। ਉਸ ਤੋਂ ਬਾਅਦ 83 ਯੂਨਿਟਾਂ ਦਾ ਬਿੱਲ ਹੈ, ਫਿਰ ਇਹਦੇ ਵਿੱਚ 0.3% ਦੇ ਹਿਸਾਬ ਨਾਲ ਇਹਦੀ ਅਮਾਊਂਟ ਐਕਸਟਰਾ ਜੁੜ ਜਾਂਦੀ ਹੈ 25 ਰੁਪਏ। ਉਸ ਤੋਂ ਬਾਅਦ ਰੈਂਟ ਆ ਜਾਂਦਾ ਹੈ। ਰੈਂਟ 2 ਤਰ੍ਹਾਂ ਦਾ ਹੁੰਦਾ ਹੈ, ਇੱਕ ਤੇ ਮੀਟਰ ਦਾ ਰੈਂਟ ਹੈ, ਸਰਵਿਸ ਲਾਈਨਾਂ ਦਾ ਰੈਂਟ ਹੈ, ਔਰ MCB ਜਿਹੜਾ ਬਾਕਸ ਲੱਗਾ ਹੁੰਦਾ ਉਸ ਦਾ ਵੀ ਰੈਂਟ ਹੁੰਦਾ ਹੈ। ਇੱਥੇ MCB ਦਾ ਰੈਂਟ 15 ਰੁਪਏ ਹੈ ਔਰ ਮੀਟਰ ਦਾ ਰੈਂਟ ਜਿਹੜਾ ਹੈ ਉਹ 30 ਰੁਪਏ ਹੈ। ਅਦਰਸ ਸਰਵਿਸ ਲਾਈਨਾਂ ਦਾ ਅਤੇ ਅਦਰਸ ਦਾ ਕੋਈ ਰੈਂਟ ਨਹੀਂ ਪਾਇਆ ਗਿਆ। ਇਸੇ ਤਰ੍ਹਾਂ ਸਭ ਤੋਂ ਪਹਿਲਾਂ ਆ ਗਿਆ ਮੀਟਰ ਰੈਂਟ ਆ ਜਾਂਦਾ ਹੈ। ਕੁਆਂਟਿਟੀ ਮੀਟਰ 1 ਹੈ, ਅਮਾਊਂਟ 30 ਰੁਪਏ। ਇੱਥੇ ਵੀ ਸੈਂਟਰ ਦੀ ਅਤੇ ਸਟੇਟ ਦੀ GST ਪਾ ਕੇ ਇਹ ਬਣ ਗਿਆ 30 ਰੁਪਏ ਤੋਂ 35 ਰੁਪਏ 40 ਪੈਸੇ। ਇਸੇ ਤਰ੍ਹਾਂ MCB ਜਿਹਦੇ ਵਿੱਚ ਬਕਸੇ ਵਿੱਚ ਤੁਹਾਡਾ ਮੀਟਰ ਲੱਗਾ ਹੈ ਉਸ ਦਾ ਰੈਂਟ 15 ਰੁਪਏ ਹੈ। ਸਟੇਟ ਅਤੇ ਸੈਂਟਰ ਦੀ GST ਪਾ ਕੇ 17 ਰੁਪਏ 70 ਪੈਸੇ। ਇਸੇ ਤਰ੍ਹਾਂ ਇਲੈਕਟ੍ਰਿਸਿਟੀ ਚਾਰਜਸ ਹੈ, ਮੀਟਰ ਰੈਂਟ 'ਤੇ 18% GST ਹੈ। ਇਹ ਤੁਹਾਡਾ ਟੋਟਲ ਟੈਕਸ ਪਾ ਕੇ ਇਹਦੇ ਵਿੱਚ ਹੀ ਜੋੜ ਦਿੱਤਾ ਜਾਂਦਾ ਹੈ ਬਿੱਲ ਵਿੱਚ। ਔਰ ਜਿਹੜੇ ਬਾਕੀ ਟੈਕਸ ਹਨ,
ਜਿਸ ਤਰ੍ਹਾਂ ਐਕਸਟਰਾ ਚਾਰजेस ਵਗੈਰਾ 13% 545 ਰੁਪਏ, IDF 5% 210 ਰੁਪਏ, ਔਰ ਜਿਸ ਮਿਊਨਿਸਪਲ ਕਾਰਪੋਰੇਸ਼ਨ ਜਿਹੜੀ ਹੈ उसका भी टैक्स लगता है, ਇਹ टैक्स ਮਿਊਨਿਸਪਲ ਕਾਰਪੋਰੇਸ਼ਨ ਨੂੰ ਹੀ ਦੇਣਾ ਪੈਂਦਾ ਹੈ। ਇਹ ਵੀ 2% ਦੇ ਹਿਸਾਬ ਨਾਲ 84 ਰੁਪਏ, ਔਰ ਕੋਸੈਸ ਜਿਹੜਾ ਟੈਕਸ ਹੈ ਉਹ ਵੀ ਇੱਥੇ ਅਜੇ ਫਿਲਹਾਲ ਨਹੀਂ ਜੋੜਿਆ ਗਿਆ। ਇਹ ਸਾਰੀਆਂ ਪਾ ਕੇ 414 ਰੁਪਏ ਜਿਹੜੇ 83 ਯੂਨਿਟਾਂ ਦੇ ਸੀਗੇ ਉਹ ਸਾਰੇ ਟੈਕਸ ਮਿਲਾ ਕੇ 839 ਰੁਪਏ ਹੋ ਗਏ। ਕੁਛ ਪ੍ਰੀਵੀਅਸ ਐਡਜਸਟਮੈਂਟ ਹੈਗੀ ਹੈ, ਪ੍ਰੀਵੀਅਸ ਐਡਜਸਟਮੈਂਟ ਹੈ 122 ਰੁਪਏ। ਉਸ ਤੋਂ ਬਾਅਦ ਕੁਛ ਹੋਰ ਮਿਲਾ ਕੇ ਇਹ ਬਣ ਜਾਂਦੇ ਹਨ 331 ਰੁਪਏ। ਅਤੇ ਐਡਜਸਟਮੈਂਟ ਟੋਟਲ ਪ੍ਰੀਵੀਅਸ ਐਡਜਸਟਮੈਂਟ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਸੀਗਾ ਕਿ 2/5 ਨੂੰ 680 ਰੁਪਏ ਬਿੱਲ ਆਇਆ ਸੀਗਾ, ਉਹਦੇ ਵਿੱਚੋਂ 453 ਰੁਪਏ ਦੀ ਐਡਜਸਟਮੈਂਟ ਹੋਈ ਹੈ। ਇਹਦੇ ਵਿੱਚ ਕਿਉਂਕਿ ਬਿੱਲ ਦੀ ਕੋਈ ਪੇਮੈਂਟ ਲੇਟ ਨਹੀਂ ਕੀਤੀ ਗਈ, ਇਸੇ ਕਰਕੇ ਇਸ ਦਾ ਕੋਈ ਚਾਰजेस नहीं पिया, पिछला कोई इंटरस्ट नहीं पिया। और फिर ਇਹਦੇ ਤੇ ਸਾਰੇ ਚਾਰजेस ਮਿਲਾ ਕੇ ਇਹਦਾ ਜਿਹੜਾ ਬਿੱਲ ਹੈ ਉਹ ਬਣ ਜਾਂਦਾ ਹੈ 1080 ਰੁਪਏ। ਇਹ ਸਾਰੇ ਮਿਲਾ ਕੇ ABCD ਜਿੰਨੀਆਂ ਵੀ ਆਪਾਂ ਅੱਜ ਦੱਸੇ ਸੀਗੇ ਇਹਨਾਂ ਨੂੰ ਮਿਲਾ ਕੇ 1080 ਰੁਪਏ ਇਹਦਾ ਬਿੱਲ ਬਣ ਗਿਆ। ਔਰ ਇਹਦੀ ਡੇਟ ਕੈਸ਼ ਦੀ ਆ ਹੈ ਔਰ ਚੈੱਕ ਰਾਹੀਂ ਆ ਹੈ। ਅਗਰ ਤੁਸੀਂ ਕੈਸ਼ ਜਿਹੜੀ ਹੈ ਉਹ 25/6 ਤੋਂ ਬਾਅਦ ਕਰਾਉਂਦੇ ਹੋ ਤਾਂ 22 ਰੁਪਏ ਰੈਂਟ ਮਿਲ ਜਾਂਦਾ ਹੈ। ਇਸ ਦਾ ਕਿਰਾਇਆ ਤੁਹਾਨੂੰ ਸਰਚਾਰਜ ਪਏਗਾ। ਆਹ ਲਾਸਟ 6 ਮਹੀਨੇ ਦਾ ਜਿਹੜਾ ਸੀਗਾ 275 ਯੂਨਿਟਾਂ, 342 ਯੂਨਿਟਾਂ, 327। ਇਸੇ ਤਰ੍ਹਾਂ ਆਹ 6 ਮਹੀਨੇ ਦੀ ਜਿਹੜੀ ਤੁਹਾਡੀ ਖਪਤ ਕੰਜਪਸ਼ਨਸ ਹੈ ਇਹ ਆ ਗਈ ਹੈ ਬਈ ਪਿਛਲੇ 6 ਮਹੀਨੇ 'ਚ ਇਹਨਾਂ ਦਾ ਇਸ ਖਪਤਕਾਰ ਦਾ ਕਿੰਨਾ ਮੀਟਰ ਚੱਲਿਆ ਹੈ। ਇਸ ਤੋਂ ਬਿਜਲੀ ਬੋਰਡ ਇਹ ਅੰਦਾਜ਼ਾ ਵੀ ਲਗਾ ਲੈਂਦਾ ਹੈ ਕਿ ਕਰਮਚਾਰੀ ਨੇ ਕਿ ਕਿੰਨੀ ਖਪਤ ਜ਼ਿਆਦਾ ਆਈ ਹੈ ਅਤੇ ਕਿੰਨੀ ਘੱਟ ਆਈ ਹੈ। ਇਹ ਬਿੱਲ ਤੁਹਾਨੂੰ ਔਨਲਾਈਨ ਵੀ ਪੇ ਕਰ ਸਕਦੇ ਹਾਂ ਜਾ ਕੇ, ਅਤੇ ਤੁਸੀਂ ਦਫ਼ਤਰ ਜਾ ਕੇ ਵੀ ਪੇ ਕਰ ਸਕਦੇ ਹਾਂ। ਔਨਲਾਈਨ 'ਤੇ ਵੀ ਅੱਜ ਕੱਲ੍ਹ ਬਹੁਤ ਸਹੂਲਤਾਂ ਆ ਗਈਆਂ ਹਨ, ਜਿੱਦਾਂ Paytm ਹੈ, ਫ਼ੋਨਪੇ ਹੈ, ਅਲੱਗ-ਅਲੱਗ ਤਰ੍ਹਾਂ ਜਿਸ ਤਰ੍ਹਾਂ ਮਰਜ਼ੀ ਇੰਟਰਨੈਟ ਬੈਂਕਿੰਗ ਵੀ ਹੈ। ਅਤੇ ਤੁਸੀਂ ਇਹ ਬਿੱਲ ਜਿੱਦਾਂ ਤੁਹਾਡਾ ਜੀਅ ਕਰੇ, ਕਿਉਂਕਿ ਅਗਰ ਤੁਹਾਡੇ ਕੋਲ ਬਿਜ਼ੀ ਬੰਦੇ ਹੋ ਤਾਂ ਤੁਸੀਂ ਲਾਈਨ 'ਚ ਨਹੀਂ ਲੱਗੋਗੇ, ਔਨਲਾਈਨ ਹੀ ਤੁਸੀਂ ਜਾਂ 5 ਰੁਪਏ 7 ਰੁਪਏ ਜਿੰਨੇ ਵੀ ਤੁਹਾਡੀ ਸਹੂਲਤ ਮੁਤਾਬਕ ਕਿਸੇ ਨੂੰ ਜ਼ਿਆਦਾ ਦੇ ਕੇ ਔਨਲਾਈਨ ਪੇਮੈਂਟ ਤੁਸੀਂ ਕਰ ਸਕਦੇ ਹੋ। ਵੈਸੇ ਤਾਂ ਇਹ ਪਾਵਰਕਾਮ ਵੱਲੋਂ ਫ੍ਰੀ ਹੁੰਦੀ ਹੈ, ਇਹਦੇ ਕੋਈ ਐਕਸਟਰਾ ਚਾਰਜ ਨਹੀਂ ਹਨ, ਪਰ ਫਿਰ ਵੀ ਕਿਉਂਕਿ ਪ੍ਰਾਈਵੇਟ ਦੁਕਾਨਦਾਰ ਹਨ ਅਤੇ ਉਹ ਤੁਹਾਡੇ ਕੋਲ ਕੁਛ ਚਾਰਜਸ ਐਕਸਟਰਾ ਲੈ ਵੀ ਸਕਦੇ ਹਨ।